मेरा ख्याल है कि कदी कदी बंदे कोल ਅੱਖਰ ਮੁੱਕ ਜਾਂਦੇ ਨੇ ਤੇ ਅਥਰੂ ਬਾਕੀ ਰਹਿ ਜਾਂਦੇ ਨੇ, ਹਾਵਾਂ ਰਹਿ ਜਾਂਦੀਆਂ ਨੇ, ਚੀਕਾਂ ਰਹਿ ਜਾਂਦੀਆਂ ਨੇ, ਕੂਕ ਰਹਿ ਜਾਂਦੀ ਹੈ ਔਰ ਬੰਦੇ ਦਾ ਦਿਲ ਕਰਦਾ ਹੈ ਕਿ ਉਹ ਬੋਲੇ ਨਾ, ਬਸ ਚੁੱਪ ਕਰਕੇ ਉੱਚੀ ਉੱਚੀ ਆਵਾਜ਼ 'ਚ ਰੋਵੇ। ਲੇਕਿਨ ਕੁਝ ਐਸੀਆਂ ਗੱਲਾਂ ਹੁੰਦੀਆਂ ਨੇ ਕਿ ਅਸੀਂ ਬੇਇਖਤਿਆਰ ਹੁੰਦੇ ਹਾਂ। ਜਿਸ ਤਰ੍ਹਾਂ ਮੌਤ ਹੈ, ਮੌਤ ਤਾਂ ਕਿਸੇ ਦਾ ਇਖਤਿਆਰ ਨਹੀਂ ਹੈ। ਅਸੀਂ ਲੱਖ ਇਲਾਜ ਕਰਾਈਏ, ਲੱਖ ਸਹੂਲਤਾਂ ਵਿੱਚ ਰੱਖੀਏ ਆਪਣੇ ਅਜ਼ੀਜ਼ਾਂ ਨੂੰ, ਲੇਕਿਨ ਜਦੋਂ ਵੇਲਾ ਆ ਜਾਂਦਾ ਤਾਂ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ ਔਰ ਉਹ ਸਾਡੇ ਕੋਲ ਉੱਠ ਕੇ ਟੁਰ ਜਾਂਦੇ ਨੇ। ਅਸੀਂ ਤੱਕਦੇ ਰਹਿ ਜਾਂਦੇ ਹਾਂ, ਡਾਕਟਰਾਂ ਦਾ ਮੂੰਹ ਤੱਕਦੇ ਰਹਿ ਜਾਂਦੇ ਹਾਂ, ਦੌਲਤਾਂ ਤੱਕਦੇ ਰਹਿ ਜਾਂਦੇ ਹਾਂ, ਦੁਆਵਾਂ ਤੱਕਦੇ ਰਹਿ ਜਾਂਦੇ ਹਾਂ ਔਰ ਉਹ ਬੰਦਾ ਸਾਨੂੰ ਮੁੜ ਨਹੀਂ ਮਿਲਦਾ। ਆਰਿਫ ਲੋਹਾਰ ਦੀ ਬੇਗਮ ਦਾ ਸੁਣ ਕੇ ਜਿਹੜਾ ਮੇਰੇ ਦਿਲ 'ਤੇ ਅਸਰ ਹੋਇਆ, ਉਹਨੂੰ ਵੀ ਮੈਂ ਲਫ਼ਜ਼ਾਂ 'ਚ ਬਿਆਨ ਨਹੀਂ ਕਰ ਸਕਦੀ, ਇਸ ਲਈ ਕਿ 27ਵੇਂ ਰੋਜ਼ੇ ਉਹਨਾਂ ਦਾ ਇੰਤਕਾਲ ਹੋਇਆ ਸੀ ਔਰ ਛੁੱਟੀਆਂ ਦੇ ਦਿਨ ਵੀ ਚੱਲ ਰਹੇ ਸਨ ਕਿਉਂਕਿ ਦਫ਼ਤਰੋਂ ਛੁੱਟੀਆਂ ਹੋ ਗਈਆਂ ਸਨ, ਡਰਾਈਵਰ ਵਗੈਰਾ ਨਹੀਂ ਸਨ ਔਰ ਮੇਰਾ ਜਾਣਾ ਮੁਮਕਿਨ ਨਾ ਹੋ ਸਕਿਆ ਉਹਨਾਂ ਵੱਲ। ਹੋਰੇ ਮੇਰੇ ਜਾਣਾ ਵੀ ਨਹੀਂ ਚਾਹੁੰਦੀ ਸਾਂ, ਮੈਂ ਦੇਖਣਾ ਨਹੀਂ ਚਾਹੁੰਦੀ ਸਾਂ ਉਹਨਾਂ ਬੱਚਿਆਂ ਨੂੰ ਜਿਹੜੇ ਮੈਨੂੰ ਬੜੇ ਲਾਡਲੇ ਨੇ, ਬੜੇ ਪਿਆਰੇ ਨੇ ਔਰ ਜਾਂ ਆਰਿਫ ਭਾਈ ਨੂੰ ਉਸ ਹਾਲਤ 'ਚ ਨਹੀਂ ਸੀ ਦੇਖਣਾ ਚਾਹੁੰਦੀ ਕਿਉਂਕਿ ਮੈਂ ਆਪ ਬੜਾ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੀ ਸਾਂ ਔਰ ਮੈਨੂੰ ਆਪ ਬੜੀ ਸਹਾਰੇ ਦੀ ਲੋੜ ਸੀ ਉਸ ਵੇਲੇ। ਲੇਕਿਨ ਸੋਸ਼ਲ ਮੀਡੀਆ 'ਤੇ ਮੈਂ ਜਿਸ ਤਰ੍ਹਾਂ ਉਹਨਾਂ ਨੂੰ ਦੇਖਿਆ ਔਰ ਉਹਨਾਂ ਨੂੰ ਦੁੱਖ ਵਿੱਚ ਡੁੱਬਿਆ ਦੇਖਿਆ, ਬੱਚਿਆਂ ਨੂੰ ਦੇਖਿਆ, ਅਤੇ ਮੇਰੇ ਦਿਲ 'ਚੋਂ ਦੁਆ ਨਿਕਲੀ ਕਿ ਮੇਰੇ ਮੌਲਾ ਮੇਰੇ ਭਰਾ ਨੂੰ ਹੌਸਲਾ ਦੇ, ਮੇਰੇ ਭਤੀਜਿਆਂ ਨੂੰ ਹੌਸਲਾ ਦੇ। ਐਡਾ ਵੱਡਾ ਦੁੱਖ ਜਰਨ ਦਾ ਆਰਿਫ ਲੋਹਾਰ ਨਾਲ ਮੇਰਾ ਸ਼ਾਇਦ 20-25 ਸਾਲ ਜਾਂ ਇਸ ਤੋਂ ਵੀ ਜ਼ਿਆਦਾ ਮੇਰਾ ਤਾਲੁਕ ਹੋਵੇਗਾ ਕਿ ਇੱਕ ਵਾਰੀ ਬੜਾ ਚਿਰ ਪਹਿਲਾਂ ਕਿਧਰੇ ਸਾਡੀ ਮੁਲਾਕਾਤ ਹੋਈ ਅਤੇ ਮੈਂ ਇਹਨਾਂ ਨੂੰ ਦੱਸਿਆ ਕਿ ਮੇਰਾ ਅਤੇ ਤੁਹਾਡਾ ਇੱਕੋ ਹੀ ਜ਼ਮੀਨ ਨਾਲ ਤਾਲੁਕ ਹੈ ਕਿਉਂਕਿ ਇਹਨਾਂ ਦੇ ਵਾਲਿਦ ਜਿਹੜੇ ਗਾਉਂ ਤੋਂ ਤਾਲੁਕ ਰੱਖਦੇ ਸਨ ਆਚ ਗੋਸ਼, ਉਹਨਾਂ ਦੇ ਬਿਲਕੁਲ ਸਾਹਮਣੇ ਬੇਲੇ ਦੇ ਦੂਸਰੇ ਪਾਸੇ ਸਾਡਾ ਗਾਉਂ ਸੀ ਔਰ ਮੇਰੇ ਨਾਨਾ ਦੇ ਨਾਲ ਇਹਨਾਂ ਦੇ ਵਾਲਿਦ ਦੀ ਬੜੀ ਗਹਿਰੀ ਦੋਸਤੀ ਸੀ। ਘਰਾਂ 'ਚ ਆਉਣਾ ਜਾਣਾ ਸੀ। ਮੇਰੀ ਵਾਲਦਾ ਬੜੀਆਂ ਗੱਲਾਂ ਸੁਣਾਉਂਦੇ ਨੇ, ਵਾਲਿਦ ਸਾਹਿਬ ਗੱਲਾਂ ਬੜੀਆਂ ਸੁਣਾਉਂਦੇ ਹੁੰਦੇ ਸਨ ਇਹਨਾਂ ਦੇ ਵਾਲਿਦ ਦੀਆਂ ਕਿ ਬੜੇ ਵੱਡੇ ਬੰਦੇ ਸਨ ਔਰ ਉਸੇ ਵੇਲੇ ਵਿੱਚ ਸਾਡੇ ਵਾਲੇ ਪਾਸੋਂ ਵੀ ਜਿਹੜੇ ਲੋਕ ਨੇ ਉਹ ਡੰਗਰ ਚਗਾਉਣ ਜਾਂਦੇ ਸਨ ਔਰ ਉਸ ਪਾਸੋਂ ਵੀ, ਅਤੇ ਇੱਕ ਬੇਲੇ ਦਾ ਵੀ ਤਾਲੁਕ ਸੀ ਔਰ ਉਸੇ ਬੇਲੇ ਵਿੱਚ ਪਹਿਲੀ ਵਾਰੀ ਇਹਨਾਂ ਦੀ ਆਵਾਜ਼ ਗੂੰਜੀ ਔਰ ਫਿਰ ਪੂਰੀ ਦੁਨੀਆ 'ਚ ਸਮਾ ਗਈ। ਅਤੇ ਮੇਰੇ ਨਾਨਾ ਨਾਲ ਬੜੀ ਦੋਸਤੀ ਸੀ ਇਹਨਾਂ ਦੀ, ਉੱਥੇ ਵੀ ਆਉਂਦੇ ਜਾਂਦੇ ਸਨ। ਅਤੇ ਮੈਂ ਆਰਿਫ ਭਾਈ ਜਦੋਂ ਦੱਸਿਆ ਅਤੇ ਉਹਨਾਂ ਨੇ ਉਹੀ ਪਹਿਲਾ ਦਿਨ ਸੀ। ਉਸ ਤੋਂ ਬਾਅਦ ਉਹ ਜਦੋਂ ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਸੀ ਮੇਰੀ ਧਰਤੀ ਦੀ ਧੀ, ਮੇਰੀ ਭੈਣ। ਔਰ ਫਿਰ ਉਹ ਐਸਾ ਭੈਣ ਭਰਾ ਦਾ ਰਿਸ਼ਤਾ ਬਣਿਆ ਕਿ ਅੱਜ ਤੱਕ ਉਹ ਮੈਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਆਰਿਫ ਲੋਹਾਰ ਨਾਲ ਮੇਰਾ ਖੂਨੀ ਰਿਸ਼ਤਾ ਨਹੀਂ ਹੈ। ਮੈਨੂੰ ਤਾਂ ਲੱਗਦਾ ਕਿ ਉਹ ਮੇਰਾ ਸਕਾ ਭਰਾ ਹੈ ਔਰ ਮੈਂ ਉਹਨਾਂ ਨੂੰ ਰਾਤ ਦੇ 2 ਵਜੇ ਵੀ ਕੋਈ ਗੱਲ ਕਹਿੰਦੀ ਹਾਂ ਅਤੇ ਮੈਂ ਉਹ ਰਿਕੁਐਸਟ ਨਹੀਂ ਕਰਦੀ, ਮੈਂ ਆਪਣਾ ਹੱਕ ਮਾਨ ਦਾਅਵਾ ਕਰਕੇ ਗੱਲ ਕਰਨੀ ਆ ਔਰ ਉਹ ਵੀ ਇਸੇ ਤਰ੍ਹਾਂ ਹੀ ਮੇਰੀ ਗੱਲ ਮੰਨਦੇ ਨੇ ਕਿ ਜਿਵੇਂ ਇੱਕ ਭੈਣ ਦਾ ਆਖਾ ਮੰਨਿਆ ਜਾਂਦਾ ਹੈ। ਅਤੇ ਇਸੇ ਤਰ੍ਹਾਂ ਮੈਨੂੰ ਉਹਨਾਂ ਦੇ ਬੱਚਿਆਂ ਨਾਲ ਵੀ ਜਿਤਨਾ ਪਿਆਰ ਹੈ, ਜਿਤਨੇ ਉਹ ਖੂਬਸੂਰਤ ਬੱਚੇ ਨੇ, ਜਿਤਨੇ ਉਹ ਟੈਲੈਂਟਡ ਬੱਚੇ ਨੇ, ਅੱਲਾ ਉਹਨਾਂ ਨੂੰ ਜ਼ਿੰਦਗੀ ਦੇ, ਸਿਹਤ ਦੇ ਔਰ ਉਹਨਾਂ ਦੀ ਲੰਬੀ ਉਮਰ ਕਰੇ। ਅਤੇ ਆਰਿਫ ਭਾਈ ਅਕਸਰ ਕਹਿੰਦੇ ਹੁੰਦੇ ਸਨ ਕਿ ਮੈਂ ਨਾ ਆਪਣੇ ਬੇਟਿਆਂ ਦਾ ਨਾ ਬੜਾ ਖਿਆਲ ਰੱਖਣਾ, ਇਸ ਲਈ ਕਿ ਮੈਂ ਨਿੱਕੇ ਹੀ ਸਾਂ ਲਏ ਅਤੇ ਮੇਰੇ ਵਾਲਿਦ ਫੌਤ ਹੋ ਗਏ ਔਰ ਫਿਰ ਮੈਂ ਫੀਲ ਕਰਦਾ ਸਾਂ ਉਹਨਾਂ ਦੀ ਕਮੀ। ਅਤੇ ਮੈਂ ਕਹਿੰਦਾ ਕਿ ਬਾਪ ਦੀ ਕਮੀ ਜਿਹੜੀ ਹੁੰਦੀ ਹੈ ਉਹ ਬੜੀ ਔਲਾਦ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਬੜੀਆਂ ਥੋੜ੍ਹਾਂ ਕਰ ਜਾਂਦੀ ਹੈ ਅਤੇ ਮੈਨੂੰ ਆਪਣੇ ਬਾਪ ਦੀ ਯਾਦ ਆਉਂਦੀ ਹੈ ਅਤੇ ਮੈਂ ਆਪਣੇ ਬੇਟਿਆਂ ਨੂੰ ਵੱਧ ਕੇ ਪਿਆਰ ਕਰਨਾ। ਅਤੇ ਮੈਂ ਉਸ ਦਿਨ ਸੋਚਿਆ ਕਿ ਉਹਨਾਂ ਨੇ ਉਹ ਕਮੀ ਤਾਂ ਪੂਰੀ ਕੀਤੀ, ਲੇਕਿਨ ਰੱਬ ਨੇ ਉਹਨਾਂ ਬੱਚਿਆਂ ਦੀ ਕਿਸਮਤ 'ਚ ਇੱਕ ਆਜ਼ਮਾਇਸ਼ ਰੱਖੀ ਹੋਰ, ਲੇਕਿਨ ਆਜ਼ਮਾਇਸ਼ਾਂ ਰੱਬ ਵੱਡਿਆਂ ਲੋਕਾਂ ਦੇ ਪਾਉਂਦਾ ਹੈ। ਔਰ ਇਹ ਮੈਂ ਗੱਲ ਜ਼ਰੂਰ ਅੱਜ ਕਹਾਂਗੀ ਕਿ ਇਹ ਬੱਚੇ ਜਿਹੜੇ ਨੇ, ਆਰਿਫ ਲੋਹਾਰ ਆਪਣੇ ਬਾਪ ਦਾ ਫਰਮਾ ਬਰਦਾਰ ਪੁੱਤਰ ਸੀ। ਹੁਣ ਉਹ ਕਹਿੰਦੇ ਸੀ ਕਿ ਕੋਈ ਰਾਤ ਐਸੀ ਨਹੀਂ ਸੀ ਲੰਘਦੀ ਕਿ ਮੈਂ ਆਪਣੇ ਪਿਓ ਦੇ ਪੈਰ ਨਾ ਘੁੱਟ ਕੇ ਸੌਂਦਾ ਹਾਂ। ਹੁਣ ਵੀ ਜਿਸ ਤਰ੍ਹਾਂ ਆਪਣੀ ਮਾਂ ਦੀ ਫਰਮਾ ਬਰਦਾਰੀ ਕਰਦੇ ਨੇ। ਅਤੇ ਦੇਖੋ ਪੂਰੀ ਦੁਨੀਆ ਵਿੱਚ ਆਰਿਫ ਲੋਹਾਰ ਨੂੰ ਜਿਸ ਤਰ੍ਹਾਂ ਮੁਕਾਮ ਮਿਲਿਆ, ਤੁਸੀਂ ਪੂਰੇ ਸੋਸ਼ਲ ਮੀਡੀਆ ਨੂੰ ਫਰੋਲ ਲਓ ਕਿ ਜਿਸ ਤਰ੍ਹਾਂ ਉਹਨਾਂ ਦੇ ਬਾਰੇ ਤੁਹਾਨੂੰ ਖਬਰਾਂ, ਉਹਨਾਂ ਨਾਲ ਮੁਹੱਬਤ ਮਿਲਦੀ ਹੈ, ਇਸ ਤਰ੍ਹਾਂ ਮੇਰੇ ਖਿਆਲ ਹੋਰ ਕੋਈ ਵੀ ਗੁਲੂਕਾਰ ਐਸਾ ਨਹੀਂ ਕਿ ਜਿਹਨੂੰ ਇਤਨੀ ਪਜ਼ੀਰਾਈ ਮਿਲਦੀ ਹੈ। ਅਤੇ ਆਰਿਫ ਲੋਹਾਰ ਦੇ ਤਿੰਨੇ ਪੁੱਤਰ ਉਹਨਾਂ ਦੇ ਫਰਮਾ ਬਰਦਾਰ, ਇੱਕ ਤੋਂ ਵੱਧ ਕੇ ਇੱਕ ਜਿਹੜਾ ਹੈ ਉਹ ਚੰਗੀਆਂ ਕਦਰਾਂ ਨੂੰ ਮੰਨਣ ਵਾਲਾ। ਅਤੇ ਤਿੰਨਾਂ ਨੂੰ ਅੱਲਾਹ ਪਾਕ ਨੇ ਇਤਨੀ ਛੋਟੀ ਉਮਰ ਵਿੱਚ ਇਤਨੀ ਸ਼ੋਹਰਤ, ਇਤਨੀ ਮੁਹੱਬਤ ਦਿੱਤੀ।
2019 ਵਿੱਚ ਜਿਹੜੀ ਆਲਮੀ ਪੰਜਾਬੀ ਕਾਨਫਰੰਸ ਹੁੰਦੀ ਹੈ ਫਖਰ ਜ਼ਮਾਨ ਸਾਹਿਬ ਦੀ, ਉਹਦੇ ਵਿੱਚ ਇੱਕ ਫੰਕਸ਼ਨ ਜਿਹੜਾ ਹੈ ਵਿਜਦਾਨ ਦੀ ਤਰਫੋਂ ਅਸੀਂ ਕੀਤਾ, ਉਹਦੀ ਮੇਜ਼ਬਾਨੀ ਕੀਤੀ, ਅਲ ਹਮਰਾ 'ਚ ਇੱਕ ਤਕਰੀਬ ਕੀਤੀ ਔਰ ਆਰਫ ਭਾਈ ਇੱਥੇ ਤਸ਼ਰੀਫ ਲਿਆਏ, ਇਹਨਾਂ ਦੇ ਬੇਟੇ ਵੀ। ਅਤੇ ਉੱਥੇ ਜ਼ਾਹਿਰ ਇਹਨਾਂ ਦੇ ਬੱਚਿਆਂ ਨੇ ਇਸ ਤੋਂ ਪਹਿਲਾਂ ਮੁਖਤਲਿਫ ਚੈਨਲ 'ਤੇ ਗਾਇਆ ਸੀ, ਬਲਕਿ ਉਹ ਜਿਹੜਾ ਛੁਟਕੂ ਹੈ ਉਹ ਤਾਂ ਮੈਂ ਇੱਕ ਵਾਰੀ ਕਿਸੇ ਚੈਨਲ 'ਤੇ ਦੇਖਦੀ ਸੀ ਕਿ ਬਿਲਕੁਲ ਐਡਾ ਸਾਰਾ ਸੀ ਅਤੇ ਉਹ ਗਾ ਰਿਹਾ ਸੀ ਅਤੇ ਉਹਨਾਂ ਨੇ ਗਾਇਆ। ਲੇਕਿਨ ਇਸ ਤਰ੍ਹਾਂ ਵੱਡੀ ਸਟੇਜ 'ਤੇ ਔਰ ਇਤਨੀ ਪਬਲਿਕ ਬੈਠੀ, ਸਾਹਮਣੇ 700-800 ਲੋਕ ਬੈਠੇ ਹੋਣ, ਅਤੇ ਉੱਥੇ ਉਹਨਾਂ ਨੇ ਜਿਸ ਤਰ੍ਹਾਂ ਗਾਇਆ ਅਤੇ ਪਹਿਲਾਂ ਉਹਨਾਂ ਨੇ ਸਤ ਬਿਸਮਿल्ला ਗਾਇਆ ਔਰ ਉਸ ਤੋਂ ਬਾਅਦ ਜ਼ਾਹਿਰ ਬੱਚੇ ਚਲੇ ਗਏ। ਅਤੇ ਹੁਣ ਛੋਟਾ ਜਿਹੜਾ ਬੱਚਾ ਉਹਨਾਂ ਦਾ ਸਭ ਤੋਂ ਛੋਟਾ, ਉਹਦਾ ਨਾਂ ਆਲਮ ਲੋਹਾਰ ਹੈ ਔਰ ਉਹਦੇ ਚਿਹਰੇ 'ਤੇ ਇੱਕ ਜਿਹੜਾ ਰੂਪ ਵੀ ਲੱਗਦਾ ਕਿ ਸ਼ਾਇਦ ਆਲਮ ਲੋਹਾਰ ਦਾ ਦੂਸਰਾ ਜਨਮ ਹੈ। ਅਤੇ ਉਹ ਮੈਂ ਪਰਦੇ ਦੇ ਕੋਲ ਖੜੀ ਸੀ ਅਤੇ ਮੈਨੂੰ ਉਹ ਤਾਬਿਸ਼ ਨੂੰ ਕਹਿ ਰਿਹਾ ਸੀ ਜਾ ਕੇ ਮੈਡਮ ਨੂੰ ਆਖ ਸਾਨੂੰ ਬੁਲਾਉਣ, ਮੈਂ ਹਲੇ ਹੋਰ ਇੱਕ ਗਾਣਾ ਗਾਣਾ ਸੀ। ਅਤੇ ਮੈਨੂੰ ਇਤਨਾ ਪਿਆਰ ਆਇਆ, ਮੈਂ ਪਰਦੇ ਦੇ ਪਿੱਛੇ ਚਲੀ ਗਈ। ਮੈਂ ਕਿਹਾ ਬਿਲਕੁਲ ਮੈਂ ਬੁਲਾਉਣ ਲਈ ਹਾਂ। ਫਿਰ ਮੈਂ ਆਣ ਕੇ ਆਰਫ ਭਾਈ ਨੂੰ ਇਹ ਗੱਲ ਦੱਸੀ, ਉਹਨਾਂ ਨੇ ਕਿਹਾ ਬਿਲਕੁਲ ਜੀ ਮੈਂ ਵੀ ਬੜਾ ਇਹਤਰਾਮ ਕਰਨਾ, ਕਿਉਂਕਿ ਇਹ ਨਾਂ ਦਾ ਅਸਰ ਹੈ, ਇਹ ਹੁਕਮ ਚਲਾਉਂਦਾ ਬੱਚਾ। ਅਤੇ ਉਹ ਬੱਚਿਆਂ ਨੇ ਇਤਨਾ ਅੱਛਾ ਪਰਫਾਰਮ ਕੀਤਾ ਕਿ ਤੁਸੀਂ ਦੇਖੋ ਇਸ ਵੇਲੇ ਸੋਸ਼ਲ ਮੀਡੀਆ 'ਤੇ ਮੁਖਤਲਿਫ ਲੋਕਾਂ ਨੇ ਜ਼ਾਹਿਰ ਉਹ ਵੀਡੀਓ ਅਸੀਂ ਵੀ ਸ਼ੇਅਰ ਕੀਤੀ, ਹੋਰ ਵੀ ਲੋਕਾਂ ਨੇ ਬੜੀ ਉਹਨੂੰ ਸ਼ੇਅਰ ਕੀਤਾ ਔਰ ਬਹੁਤ ਜ਼ਿਆਦਾ ਉਹਨੂੰ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਪਿਲਾਕ ਵਿੱਚ ਅਸੀਂ ਪਿਛਲੇ ਸਾਲ 14 ਅਗਸਤ ਉਹਨਾਂ ਦਾ ਪਰਫਾਰਮ ਕੀਤਾ, ਉਹ ਵੀ ਬਹੁਤ ਪਸੰਦ ਕੀਤਾ ਗਿਆ। ਹੁਣ ਇਹ ਲੋਕ ਸਟੂਡੀਓ ਜਦੋਂ ਸ਼ੁਰੂ ਕੀਤਾ, ਉਹਦੇ ਵਿੱਚ ਪਾਕਿਸਤਾਨ ਦੀ ਖੈਰ ਇੱਕ ਗਾਣਾ ਉਹਨਾਂ ਦਾ ਕੀਤਾ, ਉਹ ਲੱਖਾਂ ਦੀ ਤਾਦਾਦ 'ਚ ਲੋਕਾਂ ਨੇ ਪਸੰਦ ਕੀਤਾ ਔਰ ਬਹੁਤ ਹੀ ਪਜ਼ੀਰਾਈ ਮਿਲੀ। ਔਰ ਮੈਂ ਉਸ ਦਿਨ ਵੀ ਦੇਖ ਰਹੀ ਸੀ ਕਿ ਜਦੋਂ ਇਹ ਅਸੀਂ ਵੀਡੀਓ ਇਹਨੂੰ ਫਿਲਮਾ ਰਹੇ ਸਾਂ ਲੋਕ ਸਟੂਡੀਓ 'ਚ, ਅਤੇ ਭਾਬੀ ਦਾ ਬਾਰ ਫੋਨ ਆ ਰਿਹਾ ਸੀ ਔਰ ਮੈਂ ਦੇਖ ਰਹੀ ਸੀ ਕਿ ਫੈਮਿਲੀ ਦੀ ਜੁਰਤ ਕਿਤਨੀ ਹੈ। ਔਰ ਜ਼ਾਹਿਰ ਹੈ ਕਿ ਕੋਈ ਗਾਣਾ ਹੁੰਦਾ ਹੈ ਤਾਂ ਉਹਨੂੰ ਫਿਲਮਾਉਣ ਲਈ ਗਾਣਾ ਤਾਂ 5 ਮਿੰਟ ਦਾ ਲੱਗਦਾ, ਲੇਕਿਨ ਉਹ ਕਈਆਂ ਘੰਟਿਆਂ ਵਿੱਚ ਉਹ ਗਾਣਾ ਫਿਲਮਾਇਆ ਜਾਂਦਾ ਹੈ। ਅਤੇ ਉਹ ਜਦੋਂ ਗਾਣਾ ਫਿਲਮਾਇਆ ਜਾ ਰਿਹਾ ਸੀ ਅਤੇ ਭਾਬੀ ਦਾ ਕਿਤਨੀ ਵਾਰੀ ਮੈਂ ਦੇਖਿਆ ਫੋਨ ਆਇਆ, ਉਹਨਾਂ ਕਿਹਾ ਨਿੱਕੇ ਬੱਚੇ ਨੂੰ ਜਿਹੜਾ ਨਾ ਫਲਾਣੀ ਸ਼ੈ ਖਿਲਾ ਦਿਓ, ਦਰਮਿਆਨ ਵਾਲੇ ਨੂੰ ਪਾਣੀ ਪਿਲਾ ਦਿਓ, ਵੱਡੇ ਨੂੰ ਇਹ ਸ਼ੈ ਦੇ ਦਿਓ, ਇਹ ਪੁੱਛ ਲਓ ਬੱਚਿਆਂ ਨੂੰ ਇਹ ਤਾਂ ਨਹੀਂ ਹੈ, ਉਹ ਤਾਂ ਨਹੀਂ ਹੈ। ਮਤਲਬ ਇਹ ਨਾਲ ਉਹਨਾਂ ਨੂੰ ਪੁੱਛ ਵੀ ਰਹੇ ਸੀ, ਫਿਕਰਮੰਦ ਵੀ ਸੀ, ਫਿਰ ਇਹ ਵੀ ਪੁੱਛ ਰਹੇ ਸੀ ਕੈਸਾ ਪਰਫਾਰਮ ਕਰ ਰਹੇ ਨੇ ਉਹ ਬੱਚੇ ਜਿਹੜੇ ਨੇ, ਕਿਆ ਠੀਕ ਕਰ ਰਹੇ ਨੇ ਪਰਫਾਰਮ, ਕੀ ਕਰ ਰਹੇ ਨੇ, ਪਰੇਸ਼ਾਨ ਤਾਂ ਨਹੀਂ ਹੈ, ਉਹਨਾਂ ਦੀ ਐਕਟੀਵਿਟੀ ਕੈਸੀ ਹੈ, ਤਾਕਤਵਰ ਦਿਸ ਰਹੇ ਨੇ ਜਾਂ ਕਮਜ਼ੋਰ ਤਾਂ ਨਹੀਂ ਹੈ। ਮਤਲਬ ਹੈ ਕਿ ਉਹਨਾਂ ਨੇ ਭੰਗੜਾ ਵਿੱਚ ਪਾਉਣਾ ਸੀ ਸਾਰਾ ਔਰ ਬਾਰ 2 ਘੰਟੇ ਸ਼ਾਇਦ ਇਹ ਕੰਮ ਜਾਰੀ ਰਿਹਾ। ਅਤੇ ਉਹਦੇ ਵਿੱਚ ਉਹ ਕਹਿ ਰਹੇ ਸੀ ਥੱਕ ਤਾਂ ਨਹੀਂ ਬੱਚੇ ਗਏ, ਇਹ ਤਾਂ ਨਹੀਂ ਹੋਇਆ। ਅਤੇ ਮੈਂ ਦੇਖ ਰਹੀ ਸੀ ਕਿ ਮਾਂ ਜਿਹੜੀ ਹੈ ਉਹ ਕਿਸ ਤਰ੍ਹਾਂ ਉਹ ਇਹ ਬਿਲਕੁਲ ਹੀ ਘਰੇਲੂ ਮਾਂ ਨਹੀਂ ਕਿ ਸਿਰਫ ਰੋਟੀਆਂ ਪਕਾਉਂਦੀ ਹੈ ਅਤੇ ਬੱਚਿਆਂ ਨੂੰ ਇੰਤਜ਼ਾਰ ਕਰਦੀ ਹੈ, ਬਲਕਿ ਉਹਨਾਂ ਦੇ ਹਰ ਅਮਲ ਦੇ ਨਾਲ ਜੁੜੀ ਹੋਈ ਹੈ। ਅਤੇ ਮੈਂ ਦੁਆ ਕੀਤੀ, ਮੈਂ ਕਿਹਾ ਅੱਲਾ ਇਸ ਇੱਕ ਅਜੀਬ ਤਰ੍ਹਾਂ ਦੀ ਇੱਕ ਦੁਆ ਦਿਲ 'ਚੋਂ ਨਿਕਲਦੀ ਜਦੋਂ ਇਹਨਾਂ ਨੂੰ ਦੇਖਦੇ ਸਾਂ, ਹਮੇਸ਼ਾ ਗੱਲ ਕਰਦੇ ਸਨ ਔਰ ਫਿਰ ਆਪਣੀ ਵਾਲਦਾ ਦਾ ਜ਼ਿਕਰ ਕਰਦੇ ਸਨ ਆਰਫ ਭਾਈ ਜਦੋਂ ਵੀ, ਕਿ ਮੇਰੀ ਬੇਗਮ ਜਿਹੜੀ ਹੈ ਉਹ ਮੇਰੀ ਮਾਂ ਦਾ ਬਹੁਤ ਖਿਆਲ ਰੱਖਦੇ ਨੇ ਔਰ ਮੈਂ ਆਪਣੀ ਮਾਂ ਦਾ ਨਾਲ ਜਿਤਨਾ ਪਿਆਰ ਕਰਨਾ। ਅਤੇ ਹੁਣ ਮੈਂ ਜਦੋਂ ਇਹ ਦੇਖ ਰਹੀ ਹਾਂ ਸਾਰੀਆਂ ਚੀਜ਼ਾਂ ਕਿ ਅੱਲਾ ਪਾਕ ਨੇ ਇੱਕ ਵੱਡੇ ਇਮਤਿਹਾਨ 'ਚ ਮੇਰੇ ਭਰਾ ਨੂੰ ਪਾ ਦਿੱਤਾ, ਲੇਕਿਨ ਇਮਤਿਹਾਨਾਂ 'ਚ ਵੀ ਉਹ ਆਪਣੇ ਬੰਦਿਆਂ ਨੂੰ ਪਾਉਂਦਾ ਹੈ ਔਰ ਕਿਉਂਕਿ ਉਹਨੂੰ ਸ਼ਾਇਦ ਹੋਰ ਉੱਪਰ ਲੈ ਕੇ ਜਾਣਾ ਹੁੰਦਾ ਹੈ। ਇਹ ਰਿਆਜ਼ਤ ਦੀਆਂ ਪੌੜੀਆਂ ਹੁੰਦੀਆਂ ਨੇ, ਬਾਜ਼ ਔਕਾਤ ਸਾਡੇ ਕੋਲ ਸਾਡੀ ਬੜੀ ਅਜ਼ੀਜ਼ ਚੀਜ਼ ਜਿਹੜੀ ਖੋਹ ਲਈ ਜਾਂਦੀ ਹੈ ਔਰ ਫਿਰ ਜਿਹੜਾ ਦਰਦ, ਜਿਹੜਾ ਰੰਜ, ਜਿਹੜਾ ਦੁੱਖ ਸਾਨੂੰ ਲੱਭਦਾ ਹੈ ਉਹ ਸਾਨੂੰ ਆਪਣੇ ਅੰਦਰ ਝਾਤੀ ਪਾਉਣ ਦੀ ਤੌਫੀਕ ਦਿੰਦਾ ਹੈ ਔਰ ਫਿਰ ਕੋਈ ਨਵੀਂ ਅਨਾਇਤ ਹੁੰਦੀ ਹੈ, ਕੋਈ ਨਵੀਂ ਮਿਹਰਬਾਨੀ, ਨਵਾਂ ਕਰਮ। ਅਤੇ ਮੈਨੂੰ ਇਹ ਲੱਗਦਾ ਹੈ ਕਿ ਮਾਂ ਦੀ ਕਮੀ ਤਾਂ ਕਦੀ ਪੂਰੀ ਨਹੀਂ ਹੋਵੇਗੀ। ਬੱਚੇ ਅਗਰਚੇ ਆਰਫ ਲੋਹਾਰ 'ਤੇ ਇੱਕ ਬੜੀ ਜ਼ਿੰਮੇਦਾਰੀ ਆ ਗਈ ਹੈ ਕਿ ਹੁਣ ਮਾਂ ਵੀ ਬਣ ਕੇ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਦੇਖਣਾ ਔਰ ਬਾਪ ਬਣ ਕੇ ਵੀ ਦੇਖਣਾ। ਉਸ ਦਿਨ ਜਦੋਂ ਸਾਡੀ ਮੁਲਾਕਾਤ ਹੋਈ ਮਹੀਨਾ ਡੇਢ ਪਹਿਲੇ, ਅਤੇ ਉਹਨਾਂ ਨੇ ਮੈਂ ਬਾਹਰ ਨੂੰ ਛੱਡਣ ਗਈ ਅਤੇ ਆਪ ਹੀ ਡਰਾਈਵ ਕਰ ਰਹੇ ਸਨ। ਅਤੇ ਮੈਂ ਕਿਹਾ ਤੁਸੀਂ ਆਪ ਹੀ ਡਰਾਈਵ ਕਰ ਰਹੇ ਹੋ? ਕਹਿੰਦੇ ਮੈਂ ਆਪ ਹੀ ਮੈਂ ਇਹਨਾਂ ਦਾ ਡਰਾਈਵਰ ਹਾਂ। ਅਤੇ ਫਿਰ ਇਤਨੀ ਹਲੀਮੀ ਆਰਫ ਲੋਹਾਰ 'ਚ ਇਤਨੀ ਮੈਂ ਦੇਖੀ ਹੈ, ਘੱਟ ਲੋਕਾਂ 'ਚ ਹੁੰਦੀ ਹੈ। ਅਤੇ ਮੈਨੂੰ ਦੱਸਣ ਲੱਗੇ ਕਿ ਅਸੀਂ ਰਸਤੇ 'ਚ ਆ ਰਹੇ ਸਾਂ ਅਤੇ ਉੱਥੇ ਨਾ ਸੜਕ 'ਤੇ ਕੁਝ ਲੋਕ ਸਾਨੂੰ ਮਿਲਣ ਵਾਲੇ, ਅਤੇ ਉਹਨਾਂ ਨੇ ਕਿਹਾ ਕਿ ਅੰਕਲ ਤੁਹਾਡੇ ਨਾਲ ਤਸਵੀਰ ਬਣਾਉਣੀ ਹੈ। ਅਤੇ ਮੈਂ ਸੜਕ 'ਤੇ ਖੜਾ ਹੋ ਗਿਆ ਬਾਹਰ, ਮੈਂ ਕਿਹਾ ਬਣਾ ਲਓ। ਅਤੇ ਟ੍ਰੈਫਿਕ ਰੁਕ ਗਈ ਯਾਰ, ਕਿ ਉਹ ਗੱਡੀਆਂ ਪਿੱਛੇ ਜਿਹੜੀਆਂ ਸਾਰੀਆਂ, ਮੇਰੀ ਜੀ ਗੱਡੀ ਰੁਕ ਗਈ ਅਤੇ ਉਹ ਵੀ ਗੱਡੀਆਂ ਰੁਕ ਗਈਆਂ।
ਤੇ ਉਹਨਾਂ ਨੇ ਕਿਹਾ ਕਿ ਇਹ ਵੀ ਮਾਂ ਪਿਓ ਦੀ ਦੁਆ ਹੁੰਦੀ ਹੈ ਕਿ ਤੁਹਾਡੇ ਲਈ ਲੋਕ ਟ੍ਰੈਫਿਕ ਰੁਕ ਜਾਏ ਔਰ ਤੁਹਾਨੂੰ ਦੇਖਣ ਲਈ, ਤੁਹਾਡੇ ਨਾਲ ਤਸਵੀਰ ਬਣਾਉਣ ਲਈ ਕਰਮ ਹੁੰਦਾ ਰੱਬ ਦਾ। ਵਰਨਾ ਇਸ ਆਪਾਦਾਪੀ ਦੀ ਦੁਨੀਆ ਵਿੱਚ ਕੌਣ ਕਿਸੇ ਨੂੰ ਐਡੀ ਇੱਜ਼ਤ ਦਿੰਦਾ ਹੈ। ਜਿਹੜੀ ਮੁਹੱਬਤ ਹੈ ਔਰ ਜਿਹੜੀ ਇੱਜ਼ਤ ਹੈ ਇਹ ਰੱਬ ਦੇ ਕਰਮ ਨਾਲ ਜੁੜੀ ਹੋਈ ਹੈ, ਕਿਉਂਕਿ ਸਿਰਫ ਸਾਡੇ ਅਮਾਲ ਦਾ ਅਗਰ ਅਸੀਂ ਗੱਲ ਕਰੀਏ ਕਿ ਅਸੀਂ ਬੜੇ ਚੰਗੇ ਹਾਂ, ਅਸੀਂ ਬੜੇ ਚੰਗੇ ਕੰਮ ਕਰਨੇ ਹਾਂ, ਤੇ ਉਹ ਮੇਰੇ ਹਾਲੇ ਉਹ ਕਾਫੀ ਨਹੀਂ ਹੁੰਦਾ। ਉਹ ਤਾਂ ਸਾਡਾ ਕੰਮ ਹੈ ਕਿ ਅਸੀਂ ਚੰਗੇ ਕੰਮ ਕਰੀਏ, ਲੇਕਿਨ ਅਗਰ ਰੱਬ ਦਾ ਕਰਮ ਹੋਵੇ ਤੇ ਫਿਰ ਹੀ ਮੁਹੱਬਤ ਮਿਲਦੀ ਹੈ, ਫਿਰ ਹੀ ਇੱਜ਼ਤ ਮਿਲਦੀ ਹੈ। ਤੇ ਮੈਂ ਸਮਝਦੀ ਹਾਂ ਕਿ ਆਰਫ ਲੋਹਾਰ ਤੇ ਰੱਬ ਦਾ ਬੜਾ ਖਾਸ ਕਰਮ ਹੈ ਕਿ ਲੋਕਾਂ ਨੇ ਉਹਨਾਂ ਦੇ ਨਾਲ ਇਤਨੀ ਮੁਹੱਬਤ ਕੀਤੀ ਹੈ, ਉਹਨਾਂ ਦੀ ਇੱਜ਼ਤ ਕੀਤੀ ਹੈ, ਉਹਨਾਂ ਨੂੰ ਦਿਲਾਂ 'ਚ ਆਪਣੇ 'ਚ ਰੱਖਿਆ ਹੈ। ਔਰ ਹੁਣ ਜਦੋਂ ਉਹ ਇਸ ਗਮ ਦੇ ਦੌਰ 'ਚੋਂ ਨਿਕਲਣਗੇ ਤੇ ਹੋਰ ਉਚਾਈਆਂ ਉਹਨਾਂ ਦੀ ਰਾਹ ਤੱਕ ਰਹੀਆਂ ਨੇ। ਉਹ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਨਗੇ ਔਰ ਉਹਨਾਂ ਦੇ ਬੱਚੇ ਜਿਹੜੇ ਨੇ, ਜਿਸ ਤਰ੍ਹਾਂ ਅਸੀਂ ਆਲਮ ਲੋਹਾਰ ਦੇ ਵੱਲ ਨਾਲ ਦੇਖਦੇ ਹਾਂ ਕਿ ਉਹਨਾਂ ਨੇ ਅਸੀਂ ਜਦੋਂ ਇੱਕ ਤਕਰੀਬ ਕੀਤੀ ਸੀ ਪਿਲਾਕ 'ਚ, ਤੇ ਸਾਡੇ ਇੰਡੀਆ ਦੇ ਇੱਕ ਵੱਡੇ ਗੁਲੂਕਾਰ ਨੇ ਕਿਹਾ ਕਿ ਆਲਮ ਲੋਹਾਰ ਨੇ ਉਹ ਸੜਕ ਬਣਾ ਦਿੱਤੀ ਲੋਕ ਗਾਇਕੀ ਦੀ ਕਿ ਜਿਹਦੇ 'ਤੇ ਫਿਰ ਸਾਰੇ ਟੁੱਟ ਰਹੇ ਨੇ। ਤੇ ਇਸੇ ਤਰ੍ਹਾਂ ਹੀ ਆਰਫ ਲੋਹਾਰ ਨੇ ਆਣ ਕੇ ਸਿਰਫ ਉਸੇ ਸੜਕ 'ਤੇ ਸਫ਼ਰ ਨਹੀਂ ਕੀਤਾ। ਉਹਨਾਂ ਦਾ ਕਮਾਲ ਇਹ ਹੈ ਕਿ ਉਹਨਾਂ ਨੇ ਫਿਰ ਤਜਰਬੇ ਕੀਤੇ ਨੇ, ਨਵੇਂ ਕੰਮ ਕੀਤੇ ਨੇ ਫੋਕ ਵਿੱਚ, ਔਰ ਨਵੇਂ ਰੰਗ ਸ਼ਾਮਿਲ ਕੀਤੇ ਨੇ ਗਾਇਕੀ ਵਿੱਚ। ਫਿਰ ਜਿਸ ਤਰ੍ਹਾਂ ਉਹਨਾਂ ਦੇ ਨਾਲ ਉਹਨਾਂ ਦਾ ਗਰੁੱਪ ਪੂਰਾ ਹੁੰਦਾ ਹੈ, ਤੇ ਆਪਣੀ ਜ਼ਬਾਨ ਦੇ ਹਵਾਲੇ ਨਾਲ ਕਿ ਉਹਨਾਂ ਨੇ ਮੇਰਾ ਹਾਲੇ ਬੜਾ ਹੀ ਘੱਟ ਉਹਨਾਂ ਨੇ ਗਾਇਆ ਹੋਵੇਗਾ ਕਿਸੇ ਹੋਰ ਜ਼ਬਾਨ 'ਚ, ਪੰਜਾਬੀ ਜ਼ਬਾਨ 'ਚ ਜ਼ਿਆਦਾ ਗਾਉਂਦੇ ਨੇ। ਜਿਤਨੀ ਉਹਨਾਂ ਨੇ ਆਪਣੀ ਜ਼ਬਾਨ ਨੂੰ ਤਰੱਕੀ ਦਿੱਤੀ ਆਪਣੀ ਗਾਇਕੀ ਦੇ ਜ਼ਰੀਏ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਕਿ ਪੰਜਾਬੀ ਜ਼ਬਾਨ ਨਹੀਂ ਸਮਝ ਸਕਦੇ, ਨਹੀਂ ਬੋਲ ਸਕਦੇ, ਲੇਕਿਨ ਉਹਨਾਂ ਦਾ ਗਾਣਾ ਸੁਣਦੇ ਨੇ। ਔਰ ਮੈਂ ਬਹੁਤ ਸਾਰੇ ਆਪਣੇ ਪਠਾਨ ਭੈਣਾਂ ਭਰਾਵਾਂ ਨੂੰ ਦੇਖਿਆ ਹੈ ਕਿ ਉਹ ਬੜਾ ਪਸੰਦ ਕਰਦੇ ਨੇ ਉਹਨਾਂ ਨੂੰ। ਐਸੇ ਤਰੀਕੇ ਸਾਰੇ ਸਿੰਧੀ ਤੇ ਸਮਝ ਲੈਂਦੇ ਨੇ, ਪਸ਼ਤੋ ਔਰ ਬਲੋਚੀ ਔਰ ਬਾਕੀ ਈਵਨ ਅੰਗਰੇਜ਼ਾਂ ਨੂੰ ਭੰਗੜਾ ਪਾਉਂਦਿਆਂ ਮੈਂ ਦੇਖਿਆ। ਤੇ ਇਹ ਵੀ ਇੱਕ ਬੜੀ ਵੱਡੀ ਖਿਦਮਤ ਹੁੰਦੀ ਹੈ ਕਿ ਅਸੀਂ ਉਹਨਾਂ ਨੇ ਆਪਣੀ ਜ਼ਬਾਨ ਦਾ ਹਵਾਲਾ ਜਿਹੜਾ ਉਹ ਬਣੇ ਨੇ। ਤੇ ਮੈਂ ਦੁਆ ਕਰਨੀ ਆ ਕਿ ਅੱਲਾ ਕਰੇ ਕਿ ਉਹ ਵੱਡੇ ਹੌਸਲੇ ਵਾਲੇ ਇਨਸਾਨ ਨੇ, ਤੇ ਇਹ ਰੱਬ ਦਾ ਜਿਹੜਾ ਫੈਸਲਾ ਹੈ ਉਹ ਤੇ ਤਸਲੀਮ ਕਰਨਾ ਪੈਂਦਾ ਹੈ, ਕਿਉਂਕਿ ਕੋਈ ਵੀ ਬੰਦਾ ਨਾ ਇੱਥੇ ਬੈਠਾ ਰਿਹਾ ਨਾ ਬੈਠਾ ਰਹਿਣਾ। ਅਸੀਂ ਸਾਰਿਆਂ ਨੇ ਜਾਣਾ ਵਾਰੀਓ ਵਾਰੀ, ਔਰ ਕਿਸੇ ਨੇ ਪਹਿਲਾਂ ਟੁਰ ਜਾਣਾ ਹੈ, ਕਿਸੇ ਨੇ ਬਾਅਦ 'ਚ ਟੁਰ ਜਾਣਾ ਹੈ, ਲੇਕਿਨ ਜਾਣਾ ਉੱਥੇ ਹੀ ਹੈ, ਕਿਉਂਕਿ ਅਸਲੀ ਘਰ ਤਾਂ ਉਹੀ ਹੈ। ਇਹ ਤਾਂ ਇੱਕ ਠਿਕਾਣਾ ਹੈ, ਸਰਾਂ ਜਿਹੀ ਹੈ, ਕੁਝ ਦਿਨ ਇੱਥੇ ਰਹਿਣਾ ਤੇ ਫਿਰ ਚਲਿਆ ਜਾਣਾ। ਤੇ ਲੇਕਿਨ ਇਹ ਕਿ ਜਿਤਨਾ ਚਿਰ ਇੱਥੇ ਰਹੀਏ ਉਹ ਰਹਿਣ ਦਾ ਅਹਿਸਾਸ ਹੋਣਾ ਚਾਹੀਦਾ ਹੈ ਲੋਕਾਂ ਨੂੰ ਵੀ, ਸਾਨੂੰ ਵੀ, ਕਿ ਅਸੀਂ ਕੁਝ ਕਰ ਰਹੇ ਹਾਂ। ਬੜੀ ਦੁਆ ਕਰਨੀ ਆ ਔਰ ਉਮੀਦ ਕਰਨੀ ਆ ਕਿ ਆਰਫ ਭਾਈ ਛੇਤੀ ਇਸ ਕੰਮ 'ਚੋਂ ਨਿਕਲਣ ਔਰ ਅੱਲਾ ਉਹਨਾਂ ਨੂੰ ਸਬਰ ਦੇ। ਔਰ ਮੇਰੇ ਭਤੀਜਿਆਂ ਨੂੰ ਜਿਨ੍ਹਾਂ ਨਾਲ ਮੈਂ ਬੜਾ ਦਿਲੀ ਪਿਆਰ ਕਰਨੀ ਆ, ਔਰ ਮੈਂ ਹਮੇਸ਼ਾ ਦੁਆ ਕਰਨੀ ਆ ਔਰ ਕਰਦੀ ਰਹਾਂਗੀ ਜਦੋਂ ਤੱਕ ਮੇਰੀ ਜ਼ਿੰਦਗੀ ਹੈ, ਕਿ ਅੱਲਾ ਇਹਨਾਂ ਨੂੰ ਸਲਾਮਤ ਰੱਖੇ ਔਰ ਇਹਨਾਂ ਨੂੰ ਉਹ ਬੁਲੰਦੀਆਂ ਦੇ ਕਿ ਜਿਨ੍ਹਾਂ ਨੂੰ ਦੇਖ ਕੇ ਲੋਕ ਰਸ਼ ਕਰਨ। ਆਰਫ ਭਾਈ, ਮੈਂ ਤੁਹਾਡੀ ਭੈਣ, ਤੁਹਾਡੇ ਗਮ ਵਿੱਚ ਤੁਹਾਡੇ ਨਾਲ ਹਾਂ। ਰੱਬ ਤੁਹਾਨੂੰ ਹੌਸਲਾ ਦੇ, ਸਲਾਮਤ ਰਹੋ।